ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ। ਸਿਮਰਾਂਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ।
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ। ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ। ਕਹੋ ਕਥਾ ਨਿਰਧਾਰ ਕਰ ਸੁਣੋ ਸੰਤ ਚਿਤ ਲਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ। ਕਹੋ ਕਥਾ ਨਿਰਧਾਰ ਕਰ ਸੁਣੋ ਸੰਤ ਚਿਤ ਲਾਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ 11ਵਾਂ ਅਧਿਆਇ ਸ਼ੁਰੂ ਕਰਦਿਆਂ ਹੋਏ ਲਿਖਦੇ ਨੇ ਕਿ ਜਿਵੇਂ ਪਿਛਲੇ ਅਧਿਆਇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਹਿਮਾਯੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਔਰ ਜਿਵੇਂ ਗੁਰੂ ਸਾਹਿਬ ਜੀ ਨੇ ਉਸ ਹਿਮਾਯੂ ਦਾ ਹੰਕਾਰ ਵੀ ਤੋੜਿਆ, ਫਿਰ ਉਹਨੂੰ ਬਖਸ਼ਿਆ। ਇਸੇ ਤਰ੍ਹਾਂ ਨੇਤਾ ਪ੍ਰਤੀ ਧੰਨ ਗੁਰੂ ਅੰਗਦ ਦੇਵ ਜੀ ਜੋ ਰੋਜ਼ਾਨਾ ਉਹਨਾਂ ਦੀ ਕਿਰਿਆ ਉਹ ਕਰਦੇ ਨੇ, ਤੇ ਕਵਿਰਾਜ ਕਹਿੰਦੇ ਨੇ ਕਿ ਹੁਣ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਦੇ ਨਜ਼ਦੀਕ ਉਹਨਾਂ ਦੇ ਨੇੜੇ ਜਿਹੜੇ ਸਿੱਖ ਹੁੰਦੇ ਸਨ ਕਿ ਮੈਂ ਉਹਨਾਂ ਦੀ ਕਥਾ ਜਿਹੜੀ ਹੈ ਉਹ ਨਿਰਧਾਰਨ ਕਰਕੇ, ਉਹਨਾਂ ਦਾ ਨਿਰਣਾ ਕਰਕੇ ਅੱਗੇ ਸੁਣਾਉਣ ਲੱਗਾ। ਹੈ ਸੰਤ ਜਣੋ ਸੁਣੋ ਸੰਤ ਚਿਤ ਲਾਏ। ਸਾਰੀ ਸੰਗਤ ਨੂੰ, ਸਿੱਖਾਂ ਨੂੰ ਕਹਿੰਦੇ ਨੇ, ਹੈ ਸੰਤ ਜਣੋ ਸੁਣੋ, ਚਿੱਤ ਲਾ ਕੇ ਸੁਣੋ। ਸੇਵਕ ਰਹਿ ਪਾਸ ਇੱਕ ਜੀਵਾ, ਸੇਵੇ ਸ਼ਰਧਾ ਧਰੇ ਸਦੀਵਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਸੇਵਕ ਰਹਿੰਦਾ ਹੈ ਜਿੰਦਾ ਨਾਮ ਭਾਈ ਜੀਵਾ ਹੈ ਔਰ ਬੜੀ ਚਿੱਤ ਲਾ ਕੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ। ਦਦ ਸੋ ਖਿਚੜੀ ਕਰਕੇ ਤਿਆਰ, ਲਿਆਏ ਅਚਾਵਤ ਅਪਰ ਆਹਾਰ। ਕਹਿੰਦੇ ਭਾਈ ਜੀਵਾ ਇਹਨੇ ਦਹੀਂ ਆਪਣੇ ਹੱਥੀਂ ਤਿਆਰ ਕਰਨਾ, ਕੁਝ ਖਿਚੜੀ ਬਣਾਉਣੀ ਤੇ ਹੋਰ ਵੀ ਕਈ ਤਰ੍ਹਾਂ ਦਾ ਭੋਜਨ, ਜਿਹੜਾ ਸਾਦਾ ਭੋਜਨ ਧੰਨ ਗੁਰੂ ਅੰਗਦ ਦੇਵ ਜੀ ਛਕਦੇ ਸਨ, ਉਹ ਭੋਜਨ ਭਾਈ ਜੀਵਾ ਜੀ ਆਪ ਤਿਆਰ ਕਰਕੇ ਆਪ ਹੀ ਛਕਾਉਂਦੇ ਸਨ। ਇੱਕ ਦਿਨ ਘਟੇ 4 ਦਿਨ ਰਹਿਓ, ਗੁਰ ਸੋ ਹੱਥ ਜੋਰ ਬਚ ਕਹਿਓ। ਕਹਿੰਦੇ ਇੱਕ ਦਿਨ ਜਦੋਂ ਦਿਨ 4 ਕੁ ਘੜੀਆਂ ਰਹਿ ਗਏ, ਸ਼ਾਮ ਹੋ ਗਈ, ਤੇ ਭਾਈ ਜੀਵਾ ਨੇ ਧੰਨ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਆ ਕੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕੀਤੀ, ਆਜ ਚਲਤ ਹੈ ਬਾਇਓ ਅੰਧੇਰੀ,
ਹਟੇ ਨਹੀਂ ਨਿਰਣੈ ਕਰ ਹੇਰੀ। ਤੇ ਭਾਈ ਜੀਵਾ ਕਹਿੰਦਾ ਕਿ ਸਤਿਗੁਰੂ ਜੀ ਅੱਜ ਤੇ ਦੁਪਹਿਰ ਦੀ ਇਹ ਜਿਹੜੀ ਹਵਾ ਬੜੀ ਤੇਜ਼ ਹਨੇਰੀ ਚੱਲ ਰਹੀ ਹੈ, ਹੁਣ ਇਹ ਲੱਗਦਾ ਕਿ ਇਸ ਹਨੇਰੀ ਨੇ ਰੁਕਣਾ ਵੀ ਨਹੀਂ, ਕਿਉਂਕਿ ਹਨੇਰੀ ਦੇ ਵਿੱਚ ਮਿੱਟੀ ਘੱਟਾ ਬੜਾ ਹੈ, ਹਵਾ ਬਹੁਤ ਤੇਜ਼ ਹੈ। ਬੜੀ ਨਿਸ਼ਾ ਬੀਤੇ ਹਟ ਜਾਏ, ਅਬ ਤੋਂ ਬਹਿਤ ਮਹਾਰਾਜ ਛਾਏ। ਤੇ ਸਤਿਗੁਰੂ ਜੀ ਇਹ ਲੱਗਦਾ ਕਿ ਅੱਧੀ ਰਾਤ ਤੋਂ ਬਾਅਦ ਭਾਵੇਂ ਕਿਤੇ ਜਾ ਕੇ ਹਨੇਰੀ ਰੁਕੇ, ਕਿਉਂਕਿ ਹੁਣ ਤੇ ਮਿੱਟੀ ਮਿੱਟੀ ਸਾਰੇ ਪਾਸੇ ਮਿੱਟੀ ਮਿੱਟੀ ਹੋਈ ਪਈ ਹੈ, ਮਿੱਟੀ ਆਕਾਸ਼ ਤੱਕ ਉੱਡੀ ਪਈ ਹੈ। ਬਾਕ ਆਪ ਕੋ ਹੋਵੈ ਜਬੈ, ਮਿਟੇ ਅੰਧੇਰੇ ਰਜ ਸੋ ਸਭੈ। ਪਰ ਹਾਂ ਸਤਿਗੁਰੂ ਜੀ ਇਹ ਥੋੜੀ ਦੇਰ ਵਾਸਤੇ ਹਨੇਰੀ ਰੁਕ ਸਕਦੀ ਹੈ, ਜੇ ਆਪ ਜੀ ਦਾ ਵਾਕ ਹੋ ਜੇ, ਆਪ ਜੀ ਦਾ ਬਚਨ ਹੋ ਜੇ, ਤੇ ਫਿਰ ਮਿੱਟੇ ਘੱਟਾ ਜਿਹੜਾ ਰੁਕ ਸਕਦਾ, ਥੋੜੀ ਦੇਰ ਵਾਸਤੇ ਬੰਦ ਹੋ ਸਕਦਾ ਹੈ। ਕਰ ਲੇਵੋ ਮੈਂ ਤੁਰਤ ਆਹਾਰਾ, ਤੁਮੇ ਅਚਾਵੋ ਬਵਿਧ ਪ੍ਰਕਾਰਾ। ਤੇ ਸਤਿਗੁਰੂ ਜੀ ਆਪ ਜੀ ਹੁਕਮ ਕਰਕੇ ਇਸ ਹਵਾ ਹਨੇਰੀ ਨੂੰ ਰੋਕ ਦਿਓ, ਤੇ ਮੈਂ ਛੇਤੀ ਦੇ ਨਾਲ ਆਪ ਜੀ ਵਾਸਤੇ ਭੋਜਨ ਤਿਆਰ ਕਰ ਲਵਾਂ। ਤੇ ਜਿਸ ਤਰ੍ਹਾਂ ਦਾ ਭੋਜਨ ਆਪ ਜੀ ਛਕਦੇ ਹੋ ਭਾਵਨਾ ਦੇ ਨਾਲ, ਉਸੇ ਤਰ੍ਹਾਂ ਦਾ ਭੋਜਨ ਮੈਂ ਆਪ ਨੂੰ ਛਕਾ ਸਕਾਂ। ਬਹੁ ਰੋ ਚੱਲੇ ਜਤਾ ਅਭਿਆ ਹੈ, ਸ੍ਰੀ ਅੰਗਦ ਸੁਣ ਤਿਸ ਤੇ ਕਹੈ। ਔਰ ਆਪ ਜੀ ਜਾਣਦੇ ਹੋ ਕਿ ਪਹਿਲੋਂ ਕਿਹੜਾ ਰਸੋਈਆਂ ਥੋੜ੍ਹੀ ਹੁੰਦੀਆਂ ਸਨ, ਬਾਹਰ ਖੁੱਲ੍ਹੇ ਚੌਂਕਿਆਂ ਦੇ ਵਿੱਚ ਖੁੱਲ੍ਹੇ ਜਿਹੜੇ ਚੁੱਲ੍ਹੇ ਬਣਾ ਕੇ ਲੰਗਰ ਭੋਜਨ ਤਿਆਰ ਕੀਤਾ ਜਾਂਦਾ ਸੀ, ਕਿ ਸਤਿਗੁਰੂ ਜੀ ਆਪ ਜੀ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾ ਲਵਾਂ, ਤੇ ਫਿਰ ਹਵਾ ਇਸੇ ਤਰ੍ਹਾਂ ਭਾਵੇਂ ਫਿਰ ਚੱਲਦੀ ਰਹੇ। ਹੁਣ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਨੇ ਜਦੋਂ ਬਚਨ ਸੁਣੇ, ਬੇਨਤੀ ਸੁਣੀ, ਤੇ ਬੇਨਤੀ ਸੁਣ ਕੇ ਬਚਨ ਕੀਤੇ। ਐਸੋ ਨਹੀਂ ਮਨੋਰਥ ਕਰੀਐ, ਜਿਸ ਤੇ ਮਹਾ ਦੋਸ ਸਿਰ ਧਰੀਐ। ਸਤਿਗੁਰੂ ਜੀ ਕਹਿੰਦੇ ਨਾ ਭਾਈ ਜੀਵਾ, ਐਸਾ ਮਨੋਰਥ ਮਨ ਵਿੱਚ ਵੀ ਨਹੀਂ ਲੈ ਕੇ ਆਉਣਾ। ਇਵੇਂ ਦਾ ਕੰਮ ਕਰਕੇ ਸਿਰ ਤੇ ਪਾਪ ਨਹੀਂ, ਮਹਾ ਪਾਪ ਲੱਗਦਾ ਹੈ, ਮਹਾ ਦੋਸ਼ ਹੈ ਕਿ ਰੱਬ ਦੇ ਪਰਮੇਸ਼ਰ ਦੀ ਉਸ ਰਜਾ ਦੇ ਵਿੱਚ ਦਖਲ ਦੇਣਾ। ਪਰਮੇਸ਼ਰ ਜੋ ਬਾਇਓ ਬਹਾਈ, ਇਸ ਤੇ ਬਹੁ ਕਾਰਜ ਨਿਭਾਈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜੀਵਾ, ਇਹ ਹਨੇਰੀ ਵਗਣ ਦਾ ਕੋਈ ਕਾਰਨ ਹੈ, ਪਰਮੇਸ਼ਰ ਜਾਣਦਾ ਹੈ। ਕਿਉਂਕਿ ਸਾਨੂੰ ਕਈ ਵਾਰੀ ਲੱਗਦਾ ਕਿ ਇੰਨੇ ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੇ, ਹੁਣ ਹਟਦਾ ਹੀ ਨਹੀਂ, ਰੱਬ ਹਟਾਉਂਦਾ ਹੀ ਨਹੀਂ, ਕਿਉਂਕਿ ਸਾਨੂੰ ਲੱਗਦਾ ਇਹਨਾਂ ਫਸਲਾਂ ਖਰਾਬ ਹੋ ਗਈਆਂ। ਪਰ ਉਹ ਰੱਬ ਦੀ ਰਜਾ ਹੈ, ਉਹ ਜਾਣਦਾ ਕਿ ਇਹਦੇ ਨਾਲ ਕਈਆਂ ਜੀਵਨ ਦਾ ਫਾਇਦਾ ਵੀ ਹੋਣਾ ਹੈ, ਕਈਆਂ ਨੂੰ ਰੋਜੀ ਮਿਲਣੀ ਹੈ, ਹੋ ਸਕਦਾ ਕਈਆਂ ਦੇ ਖੁਸ਼ ਵੀ ਜਾਏ। ਪਰ ਜਿਨ੍ਹਾਂ ਦੇ ਖੁਸ਼ ਨਹੀਂ, ਕੋਈ ਨਾ ਕੋਈ ਉਹਨਾਂ ਦੇ ਤਰੀਕਾ ਹੋਰ ਵਰਤ ਲੈਣਾ ਹੈ। ਔਰ ਇਹਨੂੰ ਭਾਵੇਂ ਅਸੀਂ ਅਰਦਾਸ ਕਹਿ ਕੇ ਕਿ ਜਦੋਂ ਮੀਂਹ ਨਹੀਂ ਪੈਂਦੇ ਉਦੋਂ ਫਿਰ ਅਰਦਾਸਾਂ ਵੀ ਕੀਤੀਆਂ ਜਾਂਦੀਆਂ, ਪਾਠ ਵੀ ਕੀਤੇ ਜਾਂਦੇ, ਰੱਬਾ ਪਾ ਦੇ। ਜ਼ਿਆਦਾ ਪੈ ਜਾਏ ਫਿਰ ਅਰਦਾਸਾਂ ਕੀਤੀਆਂ ਜਾਂਦੇ, ਰੱਬਾ ਰੋਕ ਦੇ। ਕਿ ਜਿਵੇਂ ਰੱਬ ਦਾ ਉਹ ਜਿਹੜਾ ਕੰਟਰੋਲ ਰਿਮੋਟ ਸਾਡੇ ਹੱਥ ਵਿੱਚ ਹੀ ਹੈ, ਜਦੋਂ ਕਹਾਂਗੇ ਉਦੋਂ ਪਾ ਦੇ, ਜਦੋਂ ਕਹਾਂਗੇ ਰੋਕ ਦੇ। ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਸਾਡੇ ਤੋਂ ਬੜਾ ਹੀ ਸਿਆਣਾ ਹੈ, ਉਹਨੂੰ ਸਭ ਦੀ ਫਿਕਰ ਹੈ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਭਾਈ, ਇਵੇਂ ਦਾ ਤੇ ਮਨੋਰਥ ਲਿਆਉਣਾ ਵੀ ਮਨ ਵਿੱਚ ਮਹਾ ਦੋਸ਼ ਹੈ। ਇਹ ਪਰਮੇਸ਼ਰ ਨੇ ਜਿਹੜੀ ਹਵਾ ਚਲਾਈ, ਇਹਨਾਂ ਦੇ ਨਾਲ ਬੜੇ ਕਾਰਜ ਜਿਹੜੇ ਰੁਕੇ ਹੋਏ ਸਿਰੇ ਚੜ੍ਹਦੇ ਨੇ। ਥੋੜ੍ਹੇ ਜਿਹੇ ਵਿੱਚੋਂ ਮੈਂ ਦੱਸ ਵੀ ਦਿੰਦਾ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਸਰਤਾ ਪਤ ਮਹਿ ਅਨਕ ਜਹਾਜ, ਨਰਨ ਹਜ਼ਾਰੋਂ ਲਾਦ ਸਮਾਜ। ਸਤਿਗੁਰੂ ਜੀ ਕਹਿੰਦੇ ਨੇ, ਸਮੁੰਦਰ ਵਿੱਚ ਵੱਡੇ ਵੱਡੇ ਦਰਿਆਵਾਂ ਦੇ ਵਿੱਚ ਅਨੇਕਾਂ ਜਹਾਜ਼ ਨੇ, ਜਿਨ੍ਹਾਂ ਵਿੱਚ ਹਜ਼ਾਰਾਂ ਹੀ ਮਨੁੱਖ ਜਿਹੜੇ ਨੇ ਉਹ ਸਵਾਰ ਨੇ ਆਪਣਾ ਕਾਰ ਵਿਹਾਰ ਕਰਨ ਵਾਸਤੇ। ਬਹੁ ਵਿਵਹਾਰ ਕਰੇ ਹਿਤ ਰੋਜ਼ੀ,
ਦੀਪਨ ਗਮਣੇ ਲਾਹਾ ਖੋਜੇ। ਉਹ ਜਹਾਜ਼ਾਂ ਦੇ ਵਿੱਚ ਆਪਣੇ ਰਸਤ ਲੱਦ ਕੇ ਆਪੋ ਆਪਣਾ ਕੋਈ ਨਾ ਕੋਈ ਸਮਾਨ ਲੱਦ ਕੇ ਵਪਾਰ ਕਰਨ ਜਾਣ ਨੇ ਰੋਜੀ ਦੀ ਖਾਤਰ, ਕਿ ਇੱਕ ਟਾਪੂ ਤੋਂ ਦੂਸਰੇ ਟਾਪੂ ਦੇ ਵਿੱਚ ਜਾ ਕੇ ਵੇਚ ਕੇ ਕੋਈ ਨਾ ਕੋਈ ਲਾਹਾ ਮਿਲੇ। ਬਹੁਤ ਦਿਵਸ ਕੇ ਟਿਕ ਸੋ ਰਹੇ, ਅੱਬ ਚਲਾਏ ਵਾਯੂ ਇਹ ਲਹੇ। ਉਹਨਾਂ ਵਿੱਚੋਂ ਬਹੁਤੇ ਥਾਵਾਂ ਤੇ ਕਈ ਜਹਾਜ਼ ਜਿਹੜੇ ਨੇ ਨਾ ਹਵਾ ਬੰਦ ਹੋਣ ਕਰਕੇ ਰੁਕੇ ਪਏ ਸਨ, ਇੱਕ ਥਾਂ ਤੇ ਅਟਕੇ ਪਏ ਸਨ। ਇਹ ਤੇਜ਼ ਹਵਾਵਾਂ ਇੱਕ ਤੇ ਉਹਨਾਂ ਜਹਾਜ਼ਾਂ ਨੂੰ ਚਲਾਉਣ ਦੇ ਵਿੱਚ ਸਹਾਈ ਹੋਣਗੀਆਂ। ਜਿਹੜੇ ਫਸੇ ਹੋਏ ਲੋਕ ਨੇ ਥਾਂ ਤੋਂ ਹੀ ਪਹੁੰਚਣਗੇ। ਹਿਤ ਹਾਰ ਕੇ ਕਰੇ ਕਮਾਈ, ਤਿਸ ਮਿਸ ਦੇਤ ਤਿਨਹੂ ਜਗਰਾਈ। ਕਿਉਂਕਿ ਉਹ ਵੀ ਲੋਕ ਜਿਹੜੇ ਨੇ ਆਪਣੀ ਰੋਜੀ ਰੋਟੀ ਵਾਸਤੇ, 2 ਵਕਤ ਦੀ ਰੋਟੀ ਖਾਣ ਵਾਸਤੇ ਸਾਰਾ ਕੁਝ ਬੰਦਾ ਧੰਦਾ ਕਰਦਾ ਹੈ। ਸਾਰਾ ਦਿਨ ਭੱਜਿਆ ਰਹਿੰਦਾ ਹੈ, ਸਾਰੀ ਜ਼ਿੰਦਗੀ ਭੱਜਦਾ ਹੈ, ਸਿਰਫ ਇਸੇ ਕਰਕੇ ਕਿ 2 ਵਕਤ ਦੀ ਰੋਟੀ ਮਿਲ ਜਾਏ। ਤੇ ਇਸੇ ਬਹਾਨੇ ਉਹ ਵਾਹਿਗੁਰੂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਹਰ ਇੱਕ ਜੀਵ ਨੂੰ ਰੋਜੀ ਦਿੰਦਾ ਹੀ ਹੈ, ਉਹਨਾਂ ਨੂੰ ਵੀ ਦੇਣੀ ਹੈ। ਧਰਤੀ ਜਹਾਂ ਤੰਬਰ ਕੀ ਹੈ, ਲੱਖੋ ਬਿਸਰ ਤਿਸਥਲ ਰਹਿ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕੋਈ ਧਰਤੀ ਐਸੀ ਵੀ ਹੈ ਜਿਹੜੀ ਤਾਂਬੇ ਦੀ ਹੈ। ਕਿਉਂਕਿ ਸਾਨੂੰ ਤੇ ਇੰਨੇ ਕੁ ਧਰਤੀ ਦਾ ਪਤਾ ਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਧਰਤੀ ਹੋਰ ਪਰੈ ਹੋਰ ਪਤਾ ਹੀ ਨਹੀਂ ਕਿੰਨੀਆਂ ਕੁ ਧਰਤੀਆਂ ਨੇ। ਉੱਥੇ ਲੱਖਾਂ ਹੀ ਜਿਹੜੇ ਨੇ ਨਾਗ ਰਹਿੰਦੇ ਨੇ, ਸੱਪ ਰਹਿੰਦੇ ਨੇ। ਲੱਖੋ ਹੈ ਸੁਤਾ ਤਰਸੇ, ਪ੍ਰਭ ਪਹੁੰਚਾਏ ਪਾਲ ਹੈ ਤੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਉਹ ਲੱਖਾਂ ਹੀ ਨੇ, ਉਹ ਜਿਹੜੇ ਨਾਗ ਨੇ, ਸੱਪ ਨੇ, ਲੱਖਾਂ ਦੀ ਗਿਣਤੀ ਵਿੱਚ ਨੇ। ਰੱਬ ਨੇ ਉਹਨਾਂ ਨੂੰ ਤਾਂ ਰੋਜੀ ਕਿਸੇ ਢੰਗ ਨਾਲ ਪਹੁੰਚਾਉਣੀ ਹੈ। ਤਿਨ ਹਿਤ ਧੂਲ ਜਾਏ ਤਿਸ ਦੇਸ, ਨਿਜ ਕੁੰਡਲ ਮਹਿ ਲੇਤ ਅਸ਼ੇਸ਼। ਇਹ ਧੂੜ ਉੱਡ ਕੇ ਉਹਨਾਂ ਦੇਸ਼ਾਂ ਵਿੱਚ, ਉਹਨਾਂ ਥਾਵਾਂ ਤੇ ਜਾਣੀ ਹੈ। ਔਰ ਕੁਝ ਸੱਪ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਹਨੇਰੀ ਆਈ, ਪਤਾ ਨਹੀਂ ਮਹੀਨੇ ਬਾਅਦ ਆਏ, 2 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ ਆਵੇ। ਉਹਨਾਂ ਨੇ ਇਹ ਜਿਹੜੀ ਧੂੜ ਹੈ ਮਿੱਟੀ ਕਰਦਾ ਆਪਣੇ ਫੰਨਾਂ ਦੇ ਵਿੱਚ, ਆਪਣੀ ਬੁੱਕਲ ਦੇ ਵਿੱਚ ਜਿੰਨੇ ਕੋ ਇਕੱਠੀ ਉਹਨਾਂ ਇਕੱਠੀ ਕਰਕੇ ਰੱਖ ਲੈਣੀ, ਇਹੀ ਖਾਣੀ ਹੈ। ਉਹਨਾਂ ਦੀ ਰੋਜੀ ਇਹ ਹੈ। ਤੇ ਇਸੇ ਹਵਾ ਦੇ ਜ਼ਰੀਏ ਰੱਬ ਨੂੰ ਉੱਥੋਂ ਤੱਕ ਪਹੁੰਚਾਉਣੀ ਹੈ। ਤਿਸ ਕੋ ਖਾਏ ਨਿਭਾਹੈ ਕਾਲ, ਆਪੋ ਆਪਣੀ ਲੇਤ ਸੰਭਾਲ। ਉਹ ਡਾਗ ਇਹਨਾਂ ਹੀ ਮਿੱਟੀ ਨੂੰ ਖਾ ਕੇ ਆਪਣਾ ਸਮਾਂ ਬਤੀਤ ਕਰਦੇ ਨੇ ਤੇ ਆਪਣੇ ਮਿੱਟੀ ਨੂੰ ਸੰਭਾਲ ਵੀ ਲੈਂਦੇ ਨੇ। ਲੱਖੋ ਹੈ ਸੁਤਾ ਤਰਸੇ, ਪ੍ਰਭ ਪਹੁੰਚਾਏ ਪਾਲ ਹੈ ਤੇ। ਉਹ ਲੱਖਾਂ ਦੀ ਗਿਣਤੀ ਵਿੱਚ ਨੇ, ਇਕੱਲੇ ਸੱਪ ਹੀ ਨਹੀਂ, ਹੋਰ ਬੜੇ ਜੀਵ ਨੇ ਜਿੰਦੇ ਰੱਬ ਪਾਲਣਾ ਇਸੇ ਤਰੀਕੇ ਨਾਲ ਕਰਦਾ ਹੈ ਕਿ ਵਿੱਚੋਂ ਵਿੱਚ ਕਦੇ ਕਦੇ ਜਿਹੜੀ ਹਨੇਰੀ ਸਾਨੂੰ ਲੱਗਦਾ ਬੜੀ ਚੰਗੀ, ਇਹ ਉੱਥੋਂ ਤੱਕ ਕਿਸੇ ਢੰਗ ਨਾਲ ਪਹੁੰਚਦੀ ਹੈ। ਇਸ ਤੇ ਆਦਿਕ ਕਾਜ ਵਿਸਾਲ, ਕਰੇ ਪਰਮੇਸ਼ਰ ਵਾਯੂ ਨਾਲ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਭਾਈ ਜੀਵਨ ਜੀ, ਇਸੇ ਤਰ੍ਹਾਂ ਦੇ ਅਨੇਕਾਂ ਹੋਰ ਵੱਡੇ ਵੱਡੇ ਕਾਰਜ ਨੇ ਜਿਹੜਾ ਉਹ ਰੱਬ ਪਰਮੇਸ਼ਰ ਇਸ ਹਵਾ ਦੇ ਨਾਲ ਹੀ ਪੂਰੇ ਕਰਦਾ ਹੈ। ਅਬ ਜੇ ਕਹਿ ਕਰ ਪੌਣ ਮਿਟਾਵੋ, ਬਿਗੜੇ ਕਾਜ ਸ਼ੁੱਧਤ ਰਹਿ ਜਾਵੇਂ। ਸਤਿਗੁਰੂ ਕਹਿੰਦੇ ਨੇ ਭਾਈ ਜੀਵਾ, ਹੁਣ ਜੇ ਅਸੀਂ ਕਹਿ ਕੇ ਚਲੋ ਹਵਾ ਰੋਕ ਵੀ ਲਈਏ, ਤੂੰ ਕਹਿੰਦਾ ਕਿ ਥੋੜ੍ਹੀ ਦੇਰ ਲੰਗਰ ਤਿਆਰ ਕਰਨਾ, ਕਿੰਨੇ ਵੀ ਛੇਤੀ ਕਰੇਗਾ, ਅੱਧਾ ਘੰਟਾ ਲੱਗ ਜਾਣਾ ਹੈ। ਪਰ ਇਹਦੇ ਨਾਲ ਕਾਰਜ ਜਿਹੜੇ ਨੇ ਬੜੇ ਵਿਗੜਦੇ ਨੇ। ਦੂਜਾ ਰੱਬ ਦੀ ਰਜਾ ਦੇ ਵਿੱਚ ਦਖਲ ਦੇਣਾ ਹੈ। ਅਬ ਪ੍ਰਭ ਸਰਬੱਗਿਆ ਸਫਲ ਕ੍ਰਿਤ ਧਰੈ, ਕਿਆ ਅਲਪਗਿਆ ਤਰੁਣਾ ਕਰੈ। ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜਾ ਰੱਬ ਪਰਮੇਸ਼ਰ ਨੇ ਸਰਬੱਗਿਆ ਹੈ, ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਭ ਕੁਝ ਕਰਨ ਵਾਲਾ ਹੈ। ਤੇ ਜੋ ਕੁਝ ਉਹ ਕਰਦਾ ਉਹਦੇ ਕੀਤੇ ਦੇ ਵਿੱਚ ਪੜਾ ਹੈ। ਅਸੀਂ ਵਿਚਾਰੇ ਮਨੁੱਖ ਜੀਵ ਜਿਹੜੇ ਬਿਲਕੁਲ ਅਲਪੱਗ ਨੇ,
ਤੇ ਜੇ ਬੰਦਾ ਥੋੜ੍ਹੀਆਂ ਬਹੁਤੀਆਂ ਕਿਸੇ ਕੋਲ ਤਾਕਤਾਂ ਆ ਵੀ ਜਾਣ, ਇਵੇਂ ਦੀਆਂ ਹੁਜਤਾਂ ਕਰੇ ਕਿ ਮੈਂ ਰੋਕ ਦਿਆਂਗਾ, ਮੈਂ ਮੀਂਹ ਪਵਾ ਦਿਆਂਗਾ। ਲੱਖੋ ਜੀਵਨ ਕੋ ਸੰਤਾਪ, ਮੇਟੇ ਪਾਉਣ ਦੋਸ਼ ਲੈ ਆਪ। ਤੇ ਇਹ ਕਰਨ ਦੇ ਨਾਲ ਰੱਬ ਤੇ ਹੋ ਸਕਦਾ ਉਹਨਾਂ ਦੀ ਗੱਲ ਕਿਤੇ ਮੰਨ ਵੀ ਲਵੇ, ਪਰ ਲੱਖਾਂ ਜੀਵਾਂ ਨੂੰ ਜਿਹੜਾ ਦੁੱਖ ਹੋਣਾ ਹੈ, ਜਿਹੜਾ ਦੁੱਖ ਕੇਵਲ ਹਵਾ ਤੇ ਹਨੇਰੀ ਦੂਰ ਕਰਦੀ ਹੈ, ਉਹਦਾ ਦੋਸ਼ ਤੇ ਫਿਰ ਆਪਣੇ ਸਿਰ ਤੇ ਲੈਣਾ ਪਏਗਾ ਨਾ, ਔਰ ਦੋਸ਼ ਲੱਗਦਾ ਵੀ ਹੈ। ਇਹ ਮਨਮੁਖ ਕੀ ਰੀਤ ਪਛਾਨੈ, ਹੋਵਤ ਮਿਟਾਏ ਕੇ ਤਰਕ ਬਖਾਨੈ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਭਾਈ ਇਹ ਮਨਮੁਖ ਦੀ ਰੀਤ ਹੈ ਕਿ ਜਿਹੜਾ ਹੁੰਦੇ ਹੋਏ ਨੂੰ ਮਿਟਾ ਦੇਵੇ, ਨਾ ਹੁੰਦੇ ਹੋਏ ਨੂੰ ਕਵੇ ਕਿ ਅਰਦਾਸਾਂ ਕਰੋ, ਅਖੰਡ ਪਾਠ ਕਰਾਓ, ਜਗ ਕਰੋ, ਇਹ ਮੀਂਹ ਪਵਾ ਦਿਓ। ਇਹ ਮਨਮੁਖ ਦੀਆਂ ਨਿਸ਼ਾਨੀਆਂ ਨੇ, ਇਹ ਉਹਦੇ ਕੀਤੇ ਹੋਏ ਦੇ ਵਿੱਚ ਤਰਕ ਹੈ। ਜਤਾ ਕਰੇ ਪ੍ਰਭ ਪਿਖ ਹਰਖੰਤੇ, ਨਹਿ ਤਰਕੇ ਕਹਿ ਕਹਿ ਨਾ ਮੇਟੰਤੇ। ਪਰ ਜਿਹੜੇ ਗੁਰਮੁਖ ਜਾਣੇ ਨਾ ਭਾਈ, ਉਹ ਪ੍ਰਭੂ ਦੇ ਕੀਤੇ ਹੋਏ ਹਰ ਇੱਕ ਕਰਮ ਦੇ ਵਿੱਚ ਉਹਦੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ ਖੁਸ਼ੀ ਹੁੰਦੇ ਨੇ। ਉਹ ਜੋ ਕੁਝ ਕਰਦਾ ਚੰਗਾ ਹੀ ਕਰਦਾ ਹੈ, ਫਿਰ ਹੁਜਤਾਂ ਨਹੀਂ ਉਹ ਕਰਦੇ। ਹੁਜਤਾਂ ਕਰਕੇ ਉਹਦੇ ਕੀਤੇ ਹੋਏ ਦੇ ਵਿੱਚ ਰੁਕਾਵਟ ਪੈਦਾ ਨਹੀਂ ਕਰਦੇ। ਸੋ ਗੁਰਮੁਖ ਸੁਖ ਪ੍ਰਾਪਤ ਹੋਏ, ਸੰਕਟ ਸਹਿ ਨਾ ਲੋਕੋ ਦੋਏ। ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਗੁਰਮੁਖ ਵੀ ਉਹ ਹੈ ਤੇ ਸਦੀਵੀ ਸੁੱਖ ਮਿਲਦਾ ਵੀ ਫਿਰ ਉਹਨੂੰ, ਜਿਹੜੇ ਰਜਾ ਦੇ ਵਿੱਚ ਰਹੇ ਉਹਦੇ ਸਦਾ ਦੇ ਸੰਕਟ ਮਿਟ ਜਾਂਦੇ ਨੇ ਤੇ ਦੋਵੇਂ ਲੋਕਾਂ ਦੇ ਵਿੱਚ ਸੁੱਖ ਮਿਲਦਾ ਹੈ। ਹਨੇਰੇ ਹਟਾ ਕੇ ਰੁਕ ਕੇ ਸੁੱਖ ਤੇ ਹੋ ਸਕਦਾ ਅੱਧੇ ਘੰਟੇ ਲਈ ਕਿਤੇ ਮਿਲੇ। ਤੋ ਕਰਬੇ ਚਿਤ ਚਹਿਤ ਆਹਾਰੇ, ਕਟੇ ਚਾਰ ਕਰ ਲਿਓ ਪਿਛਾਰੇ। ਸਤਿਗੁਰੂ ਕਹਿੰਦੇ ਨੇ, ਭਾਈ ਜੀਵਾ ਕੋਈ ਗੱਲ ਨਹੀਂ, ਪ੍ਰਸ਼ਾਦਾ ਹੀ ਛਕਣਾ ਹੈ। ਜੇ ਤੂੰ ਭੋਜਨ ਕਰਨਾ ਚਾਹੁੰਦਾ ਹੈ, ਤਿਆਰ ਕਰਨਾ ਹੈ ਜਾਂ ਛਕਣਾ, ਕੋਈ ਗੱਲ ਨਹੀਂ, 4 ਘੜੀਆਂ ਪਿੱਛੋਂ ਸੇ ਰੁਕ ਕੇ ਕਰ ਲਈ, ਭੋਜਨ ਹੀ ਛਕਣਾ ਹੈ। ਹਟੇ ਨਾ ਜੇ ਪ੍ਰਭਾਤ ਕਰ ਲੀਜੈ, ਧਰੋ ਨ ਚਿੰਤਾ ਆਨੰਦ ਕੀਜੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜੀਵਾ ਕੋਈ ਗੱਲ ਨਹੀਂ, 4 ਘੜੀਆਂ ਬਾਅਦ ਵੀ ਨਾ ਰੁਕੀ, ਅੱਧੀ ਰਾਤ ਨੂੰ ਰੁਕੀ ਤਾਂ ਕੋਈ ਗੱਲ ਨਹੀਂ, ਫਿਰ ਸਵੇਰੇ ਤਿਆਰ ਕਰ ਲਈ ਤਾਂ ਕੀ ਹੋ ਗਿਆ। ਚਿੰਤਾ ਨਾ ਕਰ, ਇੱਕੋ ਰਾਤ ਦੀ ਗੱਲ ਹੈ ਨਾ। ਅਸੀਂ ਆਨੰਦ ਪ੍ਰਸੰਨ ਹਾਂ ਤੇ ਭਾਈ ਤੂੰ ਉਸ ਪਰਮੇਸ਼ਰ ਦੀ ਰਜਾ ਵਿੱਚ ਆਨੰਦ ਰਹਿ। ਪ੍ਰਸ਼ਾਦਾ ਹੀ ਛਕਣਾ, ਸਵੇਰੇ ਛਕ ਲਾਂਗੇ। ਸਤਿਗੁਰ ਯਾਰ ਪ੍ਰਭ ਜਥਾ ਰਜਾਏ, ਤਿਸ ਪਰ ਰਾਜੇ ਰਹਿਣ ਸਦਾਏ। ਸਤਿਗੁਰੂ ਕਹਿੰਦੇ ਨੇ, ਭਾਈ ਜੀਵਾ ਗੁਰੂ ਦੀ ਤੇ ਪਰਮੇਸ਼ਰ ਦੀ ਜਿਵੇਂ ਦੀ ਰਜਾ ਹੋਵੇ ਨਾ, ਉਸੇ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਉਹਦੀ ਰਜਾ ਦੇ ਵਿੱਚ ਦਖਲ ਕਦੇ ਨਹੀਂ ਦੇਣਾ ਚਾਹੀਦਾ। ਮੁਖਿਆ ਧਰਮ ਸਿੱਖੇ ਕੋਏ, ਜੋ ਧਾਰੇ ਸਿੱਖ ਗੁਰੂ ਸਨੇਹ। ਸਤਿਗੁਰੂ ਕਹਿੰਦੇ ਨੇ, ਸਿੱਖੀ ਦਾ ਮੁੱਖ ਧਰਮ ਹੈ ਹੀ ਇਹ ਕਿ ਜੋ ਪ੍ਰਭੂ ਪਰਮੇਸ਼ਰ ਕਰੇ ਪ੍ਰਭ ਕਾ ਕੀਆ ਮਿੱਠਾ ਲੱਗੈ। ਤੇ ਜੇ ਕੁਛ ਮੰਗਣਾ ਹੈ, ਹਰ ਨਾਮ ਪਦਾਰਥ ਨਾਨਕ ਮੰਗੈ, ਮੰਗ ਇੱਕੋ ਹੀ ਹੋਵੇ ਉਹਦੇ ਨਾਮ ਦੀ। ਇਹ ਸਿੱਖੀ ਦਾ ਧਰਮ ਇੱਕੋ ਹੀ ਹੈ ਭਾਈ। ਇਹ ਸਿੱਖੀ ਧਰਮ ਇਹੀ ਆਗਿਆ ਕਰਦਾ, ਇਹ ਉਪਦੇਸ਼ ਦਿੰਦਾ ਕਿ ਗੁਰੂ ਦੀ ਤੇ ਪਰਮੇਸ਼ਰ ਦੀ ਭਾਣੇ ਦੇ ਵਿੱਚ, ਰਜਾ ਦੇ ਵਿੱਚ ਰਹੇ। ਜਿਮ ਪਤ ਪ੍ਰਤਾ ਇਸਤਰੀ ਲੱਛਣ, ਪਤ ਆਗਿਆ ਮਹਿ ਸੁਖੀ ਵਿਚਛਣ। ਸਤਿਗੁਰੂ ਜੀ ਉਦਾਹਰਨ ਦੇ ਕੇ ਸਮਝਾਉਂਦੇ ਨੇ, ਭਾਈ ਜਿਵੇਂ ਇੱਕ ਪਤੀ ਬ੍ਰਤਾ ਇਸਤਰੀ ਦੇ ਲੱਛਣ ਹੁੰਦੇ ਨੇ ਨਾ, ਕਿ ਉਹ ਆਪਣੇ ਪਤੀ ਦੇ ਆਗਿਆ ਦੇ ਵਿੱਚ ਹੀ ਚੱਲਦੀ ਹੈ। ਬਸ ਫਿਰ ਉਹ ਨਹੀਂ ਵੇਖਦੀ ਕਿ ਗਲਤ ਹੈ ਕਿ ਠੀਕ, ਜੋ ਪਤੀ ਨੇ ਕਹਿ ਦਿੱਤਾ ਠੀਕ ਹੈ। ਇਹ ਗਲਤ ਠੀਕ ਸਾਡੀ ਨਜ਼ਰ ਵਿੱਚ ਹੋ ਸਕਦਾ, ਪਰ ਰੱਬ ਤੇ ਜੋ ਕੁਛ ਕਰਦਾ ਉਹ ਠੀਕ ਹੀ ਕਰਦਾ ਹੈ। ਪ੍ਰਭੂ ਆਗਿਆ ਮਹਿ ਤਥਾ ਸਦੀਵਾ, ਰਹੋ ਰਾਜ਼ੇ ਬਨ ਗੁਰਮੁਖ ਜੀਵਾ। ਭਾਈ ਜੀਵਾ ਉਸ ਪ੍ਰਭੂ ਦੀ ਰਜਾ ਦੇ ਵਿੱਚ, ਉਹਦੀ ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ। ਉਹਦੀ ਆਗਿਆ ਦੇ ਵਿੱਚ ਰਹਿ ਕੇ, ਰਜਾ ਦੇ ਵਿੱਚ ਰਹਿ ਕੇ ਗੁਰਮੁਖ ਹੋ ਕੇ ਰਹੋ ਭਾਈ।
ਗੁਰਮੁਖ ਦਾ ਅਰਥ ਕਿ ਰੱਬ ਦੇ ਪਰਮੇਸ਼ਰ ਦੇ ਸਨਮੁਖ ਹੋ ਕੇ, ਸਨਮੁਖ ਹੋਣ ਦਾ ਅਰਥ ਇਹ ਨਹੀਂ ਕੇਵਲ ਮੂੰਹ ਕਰਕੇ ਬੈਠ ਗਏ ਤੇ ਸੁਣਿਆ ਕੁਝ ਵੀ ਨਹੀਂ। ਜੇ ਸੁਣਿਆ ਤਾਂ ਪੱਲੇ ਕੁਝ ਨਹੀਂ ਪਿਆ, ਜੇ ਸੁਣ ਵੀ ਲਿਆ ਤਾਂ ਉਹ ਸੁਣ ਕੇ ਵਿਚਾਰੇ ਨਹੀਂ, ਇਹ ਸਨਮੁਖ ਹੋਣਾ ਨਹੀਂ। ਸਨਮੁਖ ਹੋਣ ਦਾ ਅਰਥ ਹੈ ਕਿ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ, ਜੋ ਰੱਬ ਪਰਮੇਸ਼ਰ ਕਰਦਾ ਹੈ, ਬਸ ਉਹਦੇ ਕੀਤੇ ਹੋਏ ਨੂੰ ਸਤ ਬਚਨ ਕਰਕੇ ਮੰਨੀ ਜਾਏ, ਉਹਦੇ ਅੱਗੇ ਸਿਰ ਝੁਕਾ ਦੇ। ਇਹ ਗੁਰਮੁਖ ਹੋਣਾ ਹੈ, ਇਹ ਗੁਰਮੁਖ ਦੇ ਲੱਛਣ ਨੇ। ਪ੍ਰਭੂ ਆਗਿਆ ਮੈਂ ਹੈ ਤਥਾ ਸਦੇਵਾ, ਰਹੋ ਰਾਜੇ ਬਨ ਗੁਰਮੁਖ ਜੀਵਾ। ਜਪ ਤਪ ਵਰਤ ਦਾਨ ਫਲ ਸਾਰੇ, ਇਸ ਤੇ ਪ੍ਰਾਪਤ ਹੋਏ ਸੁਖਾਰੇ। ਸਤਿਗੁਰ ਕਹਿੰਦੇ ਨੇ ਭਾਈ ਜੀਵਾ ਲੋਕ ਜਪ ਕਰਦੇ ਨੇ, ਤਪ ਕਰਦੇ ਨੇ, ਵਰਤ ਰੱਖਦੇ ਨੇ, ਦਾਨ ਕਰਦੇ ਨੇ, ਹੋ ਸਕਦਾ ਕਿਤੇ ਤਿਲ ਮਾਤਰ ਇਹਨਾਂ ਦਾ ਫਲ ਮਿਲਦਾ ਵੀ ਹੋਵੇ, ਪਰ ਇਹ ਸਾਰੇ ਫਲ ਮਿਲ ਜਾਂਦੇ ਨੇ ਜੇ ਰੱਬ ਦੀ ਪਰਮੇਸ਼ਰ ਦੀ ਬਸ ਆਗਿਆ ਨੂੰ ਸਤ ਕਰਕੇ ਮੰਨ ਲਈਏ, ਉਹਦੇ ਹੁਕਮ ਨੂੰ ਮੰਨ ਲਈਏ। ਸਿਮਰੋ ਸਤਨਾਮ ਕਰ ਪ੍ਰੀਤ, ਤਿਆਗਿਓ ਤਨਹੰਤਾ ਇਮਰੀ ਨੀਤ। ਸਤਿਗੁਰੂ ਕਹਿੰਦੇ ਨੇ ਭਾਈ ਜੀਵਾ ਬੜੇ ਪ੍ਰੇਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਇਸ ਤਰੀਕੇ ਦੇ ਨਾਲ ਇਸ ਦੇਹੀ ਦੇ ਇਸ ਹੰਗਤਾ ਨੂੰ ਨਸ਼ਟ ਕਰ ਦਿਓ, ਦੇਹ ਦੀ ਹੰਗਤਾ ਨੂੰ ਅੰਦਰੋਂ ਗਵਾ ਦਿਓ। ਬ੍ਰਹਮ ਗਿਆਨ ਤਬ ਪਾਏ ਸੁਖੇਨ, ਜਨਮ ਮਰਨ ਪੁਣ ਬਣੇ ਕਦੇ ਨਾ। ਔਰ ਸਤਿਗੁਰੂ ਕਹਿੰਦੇ ਨੇ ਭਈ ਤੇ ਸਭ ਤੋਂ ਤਰੀਕਾ ਬੜਾ ਸੌਖਾ ਹੈ। ਇਹਨੇ ਜਪ ਕਰਕੇ, ਵਰਤ ਰੱਖ ਕੇ, ਤਪ ਰੱਖ ਕੇ ਕਿਸੇ ਨੂੰ ਕੁਝ ਮਿਲਦਾ ਕਿ ਨਹੀਂ ਮਿਲਦਾ, ਪਰ ਜਿਹੜਾ ਸਿਰਫ ਰੱਬ ਦੇ ਪਰਮੇਸ਼ਰ ਦੇ ਆਗਿਆ ਦੇ ਵਿੱਚ ਰਹਿਣਾ ਸਿੱਖ ਜੇ ਨਾ, ਉਹਨੂੰ ਬੜੀ ਆਸਾਨੀ ਦੇ ਨਾਲ ਬ੍ਰਹਮ ਦਾ ਗਿਆਨ ਵੀ ਹੁੰਦਾ ਹੈ। ਫਿਰ ਉਹ ਮਨੁੱਖ ਕਦੇ ਵੀ ਜਨਮ ਮਰਨ ਦੇ ਵਿੱਚ ਆਉਂਦਾ ਹੀ ਨਹੀਂ। ਸੁਣ ਜੀਵੇ ਤਬ ਬੰਧਨ ਕਰੇ, ਸਤਿਗੁਰ ਸੇਖ ਭਲੀ ਔਰ ਧਰੇ। ਇਹ ਸੁਣ ਕੇ ਭਾਈ ਜੀਵਾ ਨੇ ਉਹ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਔਰ ਸਤਿਗੁਰੂ ਦੇ ਕਹੇ ਹੋਏ ਇੱਕ ਇੱਕ ਬਚਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਕਿ ਸਤ ਬਚਨ ਸਤਿਗੁਰੂ ਜੀ। ਕੋਇਕ ਦਿਨ ਮਹਿ ਗਿਆਨੀ ਹੋਵਾ, ਇੱਕੋ ਰੂਪ ਸਰਬ ਮਹਿ ਜੋਵਾ। ਬਸ ਕੁਝ ਦਿਨ ਭਾਈ ਜੀਵਾ ਨੇ ਗੁਰੂ ਸਾਹਿਬ ਦੇ ਕਹੇ ਹੋਏ ਬਚਨ ਤੇ ਜਦੋਂ ਪਹਿਰਾ ਦਿੱਤਾ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਮਨ ਚਿੱਤ ਲਾ ਕੇ ਸੇਵਾ ਕਰਦਾ ਹੈ। ਬਸ ਕੁਝ ਕੁ ਦਿਨ ਜਦੋਂ ਭਾਣਾ ਮੰਨਣ ਦੀ ਜਾਚ ਆਈ, ਕੁਝ ਕੁ ਦਿਨ ਦੇ ਵਿੱਚ ਕਹਿੰਦੇ ਕੋਇਕ ਦਿਨ ਮੈਂ ਗਿਆਨੀ ਹੋਵਾ, ਬ੍ਰਹਮ ਦਾ ਗਿਆਨ ਹੋ ਗਿਆ। ਤੇ ਗਿਆਨ ਕੀ ਹੋਇਆ? ਕਹਿੰਦੇ ਇੱਕੋ ਰੂਪ ਸਰਬ ਮਹਿ ਜੋਵਾ, ਸਾਰਿਆਂ ਦੇ ਵਿੱਚ ਇੱਕੋ ਰੱਬ ਦਾ ਰੂਪ ਨਜ਼ਰ ਆਉਣ ਲੱਗ ਗਿਆ। ਕੋਈ ਦੂਸਰਾ ਤੀਸਰਾ ਨਜ਼ਰ ਹੀ ਨਹੀਂ ਆਉਂਦਾ, ਬਸ ਸਾਰੇ ਪਾਸੇ ਰੱਬ ਹੀ ਰੱਬ ਨਜ਼ਰ ਆ ਰਿਹਾ ਹੈ। ਜੀਵਤ ਰਹਿਓ ਕਰੇ ਗੁਰ ਸੇਵਾ, ਤਨ ਤਜ ਲੈ ਹੋਏ ਬ੍ਰਹਮ ਅਭੇਵਾ। ਇਸ ਤਰ੍ਹਾਂ ਕਹਿੰਦੇ ਜਦੋਂ ਤੱਕ ਭਾਈ ਜੀਵਾ ਜੀ ਸਰੀਰ ਕਰਕੇ ਜਿਉਂਦਾ ਰਿਹਾ, ਉਦੋਂ ਤੱਕ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਦਾ ਰਿਹਾ। ਤੇ ਜਦੋਂ ਸਰੀਰ ਛੱਡ ਗਿਆ, ਉਦੋਂ ਫਿਰ ਬ੍ਰਹਮ ਦੇ ਵਿੱਚ ਭੇਦ ਹੋ ਗਿਆ। ਉਦੋਂ ਉਸ ਰੱਬ ਦੀ ਜੋਤ ਦੇ ਵਿੱਚ ਜੋਤ ਮਿਲ ਗਈ, ਬ੍ਰਹਮ ਦੇ ਵਿੱਚ ਬ੍ਰਹਮ ਦਾ ਜਿਹੜਾ ਮਿਲਾਪ ਹੋ ਗਿਆ, ਆਤਮਾ ਪਰਮਾਤਮਾ ਵਿੱਚ ਮਿਲ ਗਈ। ਗੁਜਰ ਨਾਮ ਸੋ ਜਾਤ ਲੋਹਾਰ, ਚੱਲ ਆਇਓ ਗੁਰ ਕੇ ਦਰਬਾਰ। ਕਹਿੰਦੇ ਇਸੇ ਤਰ੍ਹਾਂ ਇੱਕ ਸਿੱਖ ਹੋਰ ਹੈ ਜਿੰਦਾ ਨਾਮ ਭਾਈ ਗੁਜਰ ਹੈ, ਤੇ ਉਹ ਜਾਤ ਕਰਕੇ ਲੋਹਾਰ ਹੈ, ਜਾਂ ਲੋਹੇ ਦਾ ਕੰਮ ਕਰਦਾ, ਇਸ ਕਰਕੇ ਲੋਕ ਉਹਨੂੰ ਲੋਹਾਰ ਕਹਿੰਦੇ ਨੇ। ਉਹ ਲੋਹਾਰ ਗੁਜਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਿਨ ਆਇਆ। ਬੰਧਨ ਕਰ ਬੈਠਿਓ ਗੁਰ ਪਾਸ, ਦਰਸ਼ਨ ਦੇਖ ਕਰੀ ਅਰਦਾਸ। ਇਹ ਭਾਈ ਗੁਜਰ ਆ ਕੇ ਸਤਿਗੁਰ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਚਰਨਾਂ ਵਿੱਚ ਬੈਠ ਗਿਆ। ਔਰ ਜਦੋਂ ਦੀਵਾਨ ਦੀ ਸਮਾਪਤੀ ਹੋਈ, ਇਹ ਖੜਾ ਹੋਇਆ, ਦਰਸ਼ਨ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਆਇਆ ਔਰ ਇਹਨੇ ਇੱਕ ਅਰਦਾਸ ਕੀਤੀ।
सुनो गुरु जी हेत आहार, दिन सगरे हम ठाने कार। ਉਹੀ ਜਿਹੜੇ ਬਚਨ ਸਤਿਗੁਰੂ ਜੀ ਨੇ ਭਾਈ ਜੀਵਾਂ ਨੂੰ ਸਮਝਾਏ ਸਨ ਕਿ ਲੋਕ ਦਿਨ ਰਾਤ 2 ਵਕਤ ਦੀ ਰੋਟੀ ਵਾਸਤੇ ਭੱਜੀ ਫਿਰਦੇ ਨੇ। ਇਵੇਂ ਦੀ ਬੇਨਤੀ ਆ ਕੇ ਭਾਈ ਗੁੱਜਰ ਨੇ ਕੀਤੀ ਕਿ ਇਹ ਸਤਿਗੁਰੂ ਜੀ ਹੇਤ ਆਹਾਰ ਰੋਟੀ ਦੇ ਵਾਸਤੇ, 2 ਵਕਤ ਦੀ ਰੋਟੀ ਜਟਾਉਣ ਦੇ ਵਾਸਤੇ ਸਾਰਾ ਦਿਨ ਅਸੀਂ ਕੰਮ ਕਾਰ ਕਰਨੇ ਹਾਂ। ਦਿਨ ਸਗਰੇ ਹਮ ਠਾਨੇ ਕਾਰ, फसे गृहस्थ पाए ना अवकाश, सेवा करे रहे तुम पास। सतगुरु जी गृहस्थी ਦੇ ਵਿੱਚ ਫਸੇ ਹੋਣ ਕਰਕੇ ਵੇਲ ਹੀ ਨਹੀਂ ਮਿਲਦਾ। ਚਿੱਤ ਤੇ ਕਰਦਾ ਹੈ ਕਿ ਤੁਹਾਡੀ ਸੇਵਾ ਕਰੀਏ, ਤੁਹਾਡੇ ਚਰਨਾਂ ਵਿੱਚ ਆ ਕੇ ਰਹੀਏ। हमरो पे किम होए कल्याण, जन्म मरण दा बंधन हाण। ਤੇ ਸਤਿਗੁਰੂ ਜੀ ਇੱਥੇ ਆ ਕੇ ਰਹਿਣ ਦਾ ਮੌਕਾ ਹੀ ਨਹੀਂ ਮਿਲਦਾ। ਤੇ ਫਿਰ ਸਾਡਾ ਵੀ ਕਿਸੇ ਤਰ੍ਹਾਂ ਕਲਿਆਣ ਹੋ ਸਕਦਾ ਹੈ ਕਿ ਜਨਮ ਮਰਨ ਦੇ ਬੰਧਨ ਸਾਡੇ ਵੀ ਖਤਮ ਹੋ ਸਕਦੇ ਨੇ। ਅਸੀਂ ਗ੍ਰਸਤੀ ਹਾਂ, ਔਰ ਇਹ ਸਾਡੇ ਗ੍ਰਸਤੀਆਂ ਵਾਸਤੇ ਗੁਰੂ ਸਾਹਿਬ ਨੇ ਜੋ ਉਪਦੇਸ਼ ਦੇਣਾ ਹੈ ਇਹ ਬੜਾ ਜ਼ਰੂਰੀ ਹੈ। ਦੇਖੋ, ਗੁਰੂ ਘਰ ਆ ਕੇ ਸੇਵਾ ਕਰਨੀ ਜ਼ਰੂਰੀ ਹੈ, ਪਰ ਜੇ ਘਰ ਵਿੱਚ ਹੱਥ ਨਾ ਹਿਲਾਈਏ, ਬਿਲਕੁਲ ਘਰ ਕੁਝ ਕਰੀਏ ਨਾ, ਇੱਥੇ ਆ ਕੇ ਸੇਵਾ ਕਰੀ ਜਾਈਏ, ਔਰ ਫਿਰ ਇਸ ਸੇਵਾ ਦਾ ਲਾਭ ਕਿਤੇ ਬਹੁਤਾ ਮਿਲਦਾ ਨਹੀਂ, ਕਿਉਂਕਿ ਸੇਵਾ ਤੇ ਘਰ ਤੋਂ ਸ਼ੁਰੂ ਕਰਨੀ ਹੈ। ਔਰ ਸੇਵਾ ਅਸਲ ਵਿੱਚ ਜਿੱਦਣ ਬੱਚਾ ਜਨਮ ਲੈਂਦਾ ਹੈ ਨਾ, ਉਹਦੀ ਸੇਵਾ ਮਾਂ ਕਰਦੀ, ਸੇਵਾ ਤੋਂ ਉੱਥੋਂ ਸ਼ੁਰੂ ਹੁੰਦੀ ਹੈ। ਔਰ ਜੇ ਇਸ ਸੇਵਾ ਨੂੰ ਕਿਤੇ ਸਮਝ ਸਕੀਏ, ਜਿੱਦਣ ਉਹ ਮਾਂ, ਉਹ ਬਾਪੂ ਬੁੱਢਾ ਹੋ ਜੇ, ਬਜ਼ੁਰਗ ਹੋ ਜੇ, ਫਿਰ ਸੇਵਾ ਕਰਨ ਦਾ ਇਹ ਕਹਿ ਲਈਏ ਕਿ ਵਾਰੀ ਆਉਂਦੀ ਔਲਾਦ ਦੀ, ਕਿਉਂਕਿ ਸੇਵਾ ਸੇ ਸਮਝੇ ਹੀ ਨਹੀਂ। ਇਹ ਬਿਰਧ ਆਸ਼ਰਮ ਤਾਂ ਹੀ ਖੁੱਲ੍ਹੇ ਨਾ, ਸੇਵਾ ਦਾ ਮਤਲਬ ਨੂੰ ਨਹੀਂ ਸਮਝਿਆ। ਅਸੀਂ ਸਿਰਫ ਸਮਝ ਲਿਆ ਕਿ ਇੱਥੇ ਆ ਕੇ ਭਾਂਡੇ ਮਾਂਜ ਲਏ ਤੇ ਸੇਵਾ ਹੋ ਗਈ, ਤੇ ਘਰ ਵਿੱਚ ਭਾਵੇਂ ਸਾਰੀ ਰਾਤ ਸਾਰਾ ਦਿਨ ਝੂਠੇ ਪਏ ਰਹਿਣਾ। ਇੱਥੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ। ਇਹਨੇ ਸਵਾਲ ਕੀਤਾ ਕਿ ਅਸੀਂ ਗ੍ਰਸਤੀ ਹਾਂ, ਸਾਡੀ ਸੇਵਾ ਕਰਨ ਦਾ ਸਮਾਂ ਨਹੀਂ ਮਿਲਦਾ ਕਿ ਇੱਥੇ ਆ ਕੇ ਸੇਵਾ ਕਰੀਏ, ਕਿਵੇਂ ਕਲਿਆਣ ਹੋਏ। ਸੁਣ ਸਤਿਗੁਰ ਕੀਣਸ ਉਪਦੇਸ਼, ਇੱਕ ਚਿੱਤ ਜਪਜੇ ਪੜੋ ਹਮੇਸ਼। ਵੀ ਕੰਮ ਕਾਰ ਤੋਂ ਵੇਲ ਨਹੀਂ ਨਾ ਮਿਲਦਾ, ਤੇ ਸਤਿਗੁਰੂ ਕਹਿੰਦੇ ਨੇ ਭਾਈ ਕੋਈ ਗੱਲ ਨਹੀਂ, ਉਪਦੇਸ਼ ਦਿੱਤਾ ਕਿ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਹਮੇਸ਼ਾ ਹੀ ਕਰਦੇ ਰਿਹਾ ਕਰੋ। ਕੰਮ ਤੇ ਹੱਥਾਂ ਨਾਲ ਹੀ ਕਰਨਾ ਹੈ ਨਾ, ਪਾਠ ਯਾਦ ਕਰੋ, ਉਹ ਪਾਠ ਕਰਦੇ ਰਹੋ। ਔਰ ਭਗਤ ਤਰਲੋਚਨ ਜੀ ਨੇ ਪਾਵਨ ਬਚਨ ਵੀ ਕਹੇ ਨੇ ਕਿ ਹਾਥ ਪਾਓ ਕਰ ਕਾਮ ਸਭ, ਚੇਤ ਨਿਰੰਜਨ ਨਾਲ। ਉਹ ਜੇ ਜਪਣਾ ਹੈ, ਚਿੱਤ ਕਰਕੇ ਜਪਣਾ ਹੈ, ਜਾਂ ਜ਼ਬਾਨ ਕਰਕੇ, ਰਸਨਾ ਕਰਕੇ ਜਪਣਾ, ਵੀ ਹੱਥਾਂ ਪੈਰਾਂ ਨਾਲ ਤੇ ਕੰਮ ਕਰਨਾ, ਕੰਮ ਕਰਨ ਵਾਸਤੇ ਮਿਲੇ ਨੇ। ਤੇ ਜੇ ਕੰਮ ਕਰਦਿਆਂ ਜਪੇਗਾ, ਸੱਚ ਜਾਣੀ, ਜਪਦੇ ਜਪਦੇ ਜਿਹੜਾ ਤੂੰ ਕੰਮ ਕਰੇਗਾ, ਕੀਤਾ ਹੋਇਆ ਕੰਮ ਹੀ ਸਿਮਰਨ ਬਣ ਜਾਣਾ ਹੈ। ਉਹ ਕੀਤਾ ਹੋਇਆ ਕੰਮ ਹੀ ਤੇਰੇ ਲਈ ਸੇਵਾ ਬਣ ਜਾਣੀ ਹੈ। ਜੇ ਤਕ ਵਾਰ ਪਠਿਓ ਨਿਤ ਜਾਏ, ਪਠਤ ਰਹੋ ਦੀਰਘ ਫਲ ਪਾਏ। ਸਤਿਗੁਰੂ ਜੀ ਕਹਿੰਦੇ ਨੇ ਜਿੰਨੀ ਵਾਰ ਵੀ ਪੜ੍ਹਿਆ ਜਾਏ, ਜਿੰਨਾ ਕੰਠ ਹੋ ਜਾਊ ਉਹਨਾਂ ਰੋਜ਼ ਪੜ੍ਹਦਿਆ ਕਰ। 1 ਵਾਰੀ 2 ਵਾਰੀ 4 ਵਾਰੀ ਜਿੰਨੀ ਵਾਰੀ ਪੜ੍ਹਿਆ ਜਾਏ, ਕੰਮ ਕਰਦੇ ਕਰਦੇ ਉਹ ਨਾਲ ਨਾਲ ਪੜ੍ਹਦਾ ਰਿਹਾ ਕਰ, ਫਲ ਮਿਲੇਗਾ। ਪਿੱਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜੂਰੀ ਲੀਜੈ। ਕਿਉਂਕਿ ਭਾਈ ਗੁੱਜਰ ਲੋਹਾਰ ਦਾ ਕੰਮ ਕਰਦਾ, ਲੋਹੇ ਦਾ। ਹੁਣ ਗੁਰੂ ਸਾਹਿਬ ਨੇ ਨਾਲ ਦੂਸਰਾ ਉਪਦੇਸ਼ ਦਿੱਤਾ, ਭਾਈ ਜੇ ਕੋਈ ਵੇਖੋ ਬਹੁਤਾ ਗਰੀਬ ਆਇਆ ਹੈ, ਕੋਈ ਕੰਮ ਕਰਾਉਣ ਆਇਆ ਹੈ, ਕੰਮ ਤੂੰ ਕਰ ਸਕਣਾ ਹੈ, ਉਹਦੇ ਕੋਲ ਦੇਣ ਜੋਗਾ ਕੁਝ ਨਹੀਂ, ਜਾਂ ਬਹੁਤ ਤੰਗ ਹੋ ਕੇ ਉਹਨੇ ਮਜ਼ਦੂਰੀ ਦੇਣੀ ਹੈ, ਤੇ ਇਵੇਂ ਤਾਂ ਗਰੀਬ ਤੋਂ ਕੋਈ ਮਜ਼ਦੂਰੀ ਨਾ ਲਿਆ ਕਰ, ਉਹਦਾ ਕੰਮ ਬਿਨਾਂ ਪੈਸੇ ਤੋਂ ਵੀ ਕਰਦਾ ਕਰੋ। ਇਹ ਵੀ ਵੱਡੀ ਸੇਵਾ ਹੈ। ਜਪਜੇ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰਨ ਧਰੋ। ਔਰ ਇਹ ਸੇਵਾ ਦੇਖੋ, ਸੇਵਾ ਗੁਰੂ ਸਾਹਿਬ ਨੇ ਸਮਝਾਈ ਤੇ ਸਾਨੂੰ ਬੜੇ ਢੰਗ ਨਾਲ।
ਹੁਣ ਜਿਹੜਾ ਕੰਮ ਬੰਦਾ ਕਰ ਸਕਦਾ ਉਹ ਕੰਮ ਇਮਾਨਦਾਰੀ ਨਾਲ ਕਰ ਲਵੇ, ਵੱਡੀ ਸੇਵਾ ਹੈ। ਲੋੜਵੰਦ ਆ ਜੇ ਉਹਦੇ ਜਿਹੜਾ ਕੰਮ ਤੂੰ ਕਰ ਸਕਣਾ ਉਹ ਕਰ ਦੇ, ਬੜੀ ਵੱਡੀ ਸੇਵਾ ਹੈ। ਹੁਣ ਸਿੱਖ ਅਸੀਂ ਖਵਾਉਂਦੇ, ਸਾਡੇ ਵਿੱਚ ਸਿੱਖ ਬਹੁਤੇ ਨੇ, ਪਟਵਾਰੀ ਵੀ ਹੋਣਗੇ, ਸਿੱਖ ਡਾਕਟਰ ਵੀ ਹੋਣਗੇ, ਔਰ ਪਟਵਾਰੀ ਨੂੰ ਪਤਾ ਵੀ ਹੈ ਕਹਿੰਦੇ ਕੋਲ ਸਿਰਫ 2 ਹੀ ਕਨਾਲਾਂ ਨੇ। ਹਾਲਤ ਬਹੁਤ ਹੀ ਮਾੜੀ ਹੈ, ਪਰ ਫਿਰ ਵੀ ਘੱਟੋ ਘੱਟ ਜ਼ਿਆਦਾ ਨਹੀਂ, ਤੁਹਾਨੂੰ ਕਹਿਣਾ ਫਰਦ ਲੈਣੀ ਤੇ 200 ਤੋਂ ਦੇ ਕੇ ਜਾ ਭਈ ਜਿਹੜਾ ਕੰਮ ਤੂੰ ਕਰ ਸਕਣਾ, ਸਰਕਾਰੀ ਫੀਸ ਤੇ ਨਹੀਂ, ਉਹ ਲੈਂਦੇ ਦੇ ਕੇ ਕਹਿੰਦੇ ਸਰਕਾਰੀ ਹੈ। ਖੈਰ ਗੁਰੂ ਸਾਹਿਬ ਜੀ ਕਿਰਪਾ ਕਰਨ, ਤੂੰ ਡਾਕਟਰ ਹੈ, ਤੇਰੇ ਕੋਲ ਕੋਈ ਵਿੱਦਿਆ ਹੈ, ਕੋਈ ਗੁਣ ਹੈ, ਤੈਨੂੰ ਲੱਗਦਾ ਕਿ ਇਹ ਮੇਰੀ ਫੀਸ ਨਹੀਂ ਦੇ ਸਕਦਾ ਤੇ ਭਾਈ ਉਹਦੇ ਤੋਂ ਲੈ ਵੀ ਨਾ, ਉਹ ਕੰਮ ਕਰਦੇ, ਤੇਰੀ ਬੜੀ ਵੱਡੀ ਸੇਵਾ ਹੈ ਔਰ ਸਭ ਤੋਂ ਵੱਡੀ ਸੇਵਾ ਹੈ। ਸਤਿਗੁਰੂ ਕਹਿੰਦੇ ਨੇ ਭਿੱਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜੂਰੀ ਲੀਜੈ, ਜਪਜੇ ਅਰਥ ਵਿਚਾਰਨ ਕਰੋ। ਫਿਰ ਕੰਮ ਕਰਦੇ ਕਰਦੇ ਜਪਜੀ ਯਾਦ ਹੋ ਜੇ ਵੀ ਉਹਦੇ ਅਰਥਾਂ ਦੇ ਵਿਚਾਰ ਵੀ ਕਰਦੇ ਰਿਹਾ ਕਰੋ। ਇੱਕ ਪੰਕਤੀ ਦੀ, 2 ਪੰਕਤੀਆਂ ਦੀ, ਜਿਵੇਂ ਦੇ ਵਿਚਾਰ ਸਮਝ ਆਏ ਵਿਚਾਰ ਕਰੋ, ਕਿਸੇ ਨਾਲ ਸਾਂਝੀ ਕਰੋ, ਕਿਸੇ ਤੋਂ ਪੁੱਛੋ, ਕਿਸੇ ਨੂੰ ਦੱਸੋ। ਇਹ ਗੁਣ ਨੇ ਨਾ ਜੀ। ਕਹਿੰਦੇ ਜਪਜੇ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਧਰੋ। ਫਿਰ ਉਹ ਜਿਹੜੇ ਵਿਚਾਰ ਕਰੋ, ਜਿਹੜੀ ਵਿਚਾਰ ਸਮਝ ਵਿੱਚ ਆਵੇ, ਉਸ ਵਿਚਾਰ ਨੂੰ ਸਵਾਸ ਸਵਾਸ ਕਰਕੇ ਆਪਣੇ ਅੰਦਰ ਧਾਰਨ ਕਰ ਲਓ, ਉਸ ਵਿਚਾਰ ਨੂੰ ਆਪਣੇ ਅੰਦਰ ਬਿਠਾ ਲਓ। ਹੁਣ ਅਰਥਾਂ ਦੇ ਵਿਚਾਰ ਤੇ ਆਪਾਂ ਕਰਤੀ, ਬਾਬਾ ਫਰੀਦ ਜੀ ਦਾ ਪਾਵਨ ਬਚਨ ਵੀ ਸੁਣ ਲਿਆ, ਯਾਦ ਵੀ ਕਰ ਲਿਆ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਵਿਚਾਰ ਵੀ ਕਰ ਲਈ, ਸਮਝ ਵੀ ਲੱਗ ਕੇ ਬੜੇ ਸੌਖੇ ਅਰਥ ਨੇ। ਪਰ ਜੇ ਝੂਠ ਬੋਲਣਾ ਫਿਰ ਨਹੀਂ ਛੱਡੇ ਹੀ ਨਹੀਂ, ਤੇ ਫਿਰ ਉਹ ਸਵਾਸ ਸਵਾਸ ਅੰਦਰ ਕਿਵੇਂ ਧਾਰਨ ਹੋਏਗਾ? ਸਵਾਸ ਸਵਾਸ ਅੰਦਰ ਧਾਰਨ ਦਾ ਮਤਲਬ ਇਹ ਹੈ ਕਿ ਇਹ ਗੱਲ ਸਮਝ ਲੱਗ ਗਈ ਅੱਜ ਤੋਂ ਬਾਅਦ ਇਹ ਕਰਮ ਨਹੀਂ ਕਰਨਾ। ਇਹ ਗੱਲ ਸਮਝ ਲੱਗ ਗਈ ਕਿ ਜੇ ਸੱਚ ਦੇ ਰਾਹ ਤੇ ਚੱਲਣਾ ਫਿਰ ਸੱਚ ਛੱਡਣਾ ਨਹੀਂ। ਹੁਣ ਸਤਿਗੁਰੂ ਜੀ ਇਸੇ ਤਰ੍ਹਾਂ ਭਾਈ ਗੁੱਜਰ ਨੂੰ ਇਹ ਉਪਦੇਸ਼ ਦਿੰਦੇ ਨੇ, ਤੇ ਭਾਈ ਗੁੱਜਰ ਨੇ ਜਿਵੇਂ ਇਸ ਉਪਦੇਸ਼ ਨੂੰ ਕਮਾਉਣਾ ਹੈ, ਇਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ